ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਪ੍ਰੀਤ ਕੌਰ, ਨਿਊਜ਼ ਟੀਵੀ 84 ਦੇ ਨਾਲ। ਵੀਅਰਸ, ਬੰਦੀ ਸਿੰਘਾਂ ਦੀ ਰਿਹਾਈ ਲਗਭਗ 9 ਮਹੀਨੇ ਤੋਂ ਭੁੱਖ ਹੜਤਾਲ ਤੇ ਬੈਠੇ ਬਾਪੂ ਸੂਰਤ ਸਿੰਘ ਖਾਲਸਾ ਜੀ ਦਾ ਵਰਤ ਅਜੇ ਵੀ ਜਾਰੀ ਹੈ। ਇਸ ਸੰਬੰਧੀ ਅਕਾਲ ਤਖਤ ਸਾਹਿਬ ਦੇ ਜਥੇਦਾਰ SGPC ਜਾਂ ਪੰਜਾਬ ਸਰਕਾਰ ਦਾ ਕੋਈ ਫੈਸਲਾ ਜਾਂ ਐਕਸ਼ਨ ਸਾਹਮਣੇ ਨਹੀਂ ਆਇਆ, ਬਲਕਿ ਇਸ ਤੋਂ ਉਲਟ ਜਥੇਦਾਰ ਅਕਾਲ ਤਖਤ ਸਾਹਿਬ ਪੰਥਕ ਰਹਿਣੀ ਤੋਂ ਛੱਡ ਕੇ ਆਪਣੀ ਨਿੱਜੀ ਰਹਿਣੀ ਦੇ ਨਾਲ ਅੱਜਕੱਲ ਸਾਰੇ ਕੰਮ ਕਰ ਰਹੇ ਹਨ। ਫਿਰ ਭਾਵੇਂ ਉਸ ਵਿੱਚ SGPC ਦੇ ਪ੍ਰਧਾਨ ਮੱਕੜ ਨੂੰ ਸ਼੍ਰੋਮਣੀ ਕਮੇਟੀ ਦਾ ਸਭ ਤੋਂ ਵੱਡਾ ਸੇਵਕ ਦਾ ਅਵਾਰਡ ਦੇਣਾ ਹੋਵੇ, ਬਾਬਾ ਭਟਵਾਗ ਸਿੰਘ ਜਿਸ ਨੂੰ ਗੁਰੂ ਪਾਤਸ਼ਾਹ ਜੀ ਨੇ ਹੀ ਸਿੱਖੀ ਤੋਂ ਛੇਕਿਆ ਹੋਇਆ ਹੈ ਉਸ ਦਾ ਜਨਮ ਦਿਹਾੜਾ ਮਨਾਉਣ ਦੀ ਜ਼ਿੱਦ ਹੋਵੇ, ਜਾਂ ਫਿਰ ਨਾਨਕਸ਼ਾਹ ਕੈਲੰਡਰ 2003 ਨੂੰ ਪਿੱਛੇ ਪਾ ਕੇ ਵਿਕਰਮੀ ਕੈਲੰਡਰ ਨੂੰ ਅਪਣਾਉਣਾ ਹੋਵੇ। ਇਹ ਅੱਜਕੱਲ ਜਥੇਦਾਰ ਅਕਾਲ ਤਖਤ ਸਾਹਿਬ ਦੇ ਰੁਝਾਨ ਹਨ। ਵਿਊਅਰਸ, ਅੱਜ ਅਸੀਂ ਇਹਨਾਂ ਕੁਝ ਵਿਸ਼ਿਆਂ ਤੇ ਗੱਲਬਾਤ ਕਰਾਂਗੇ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਆਰਡੀਨੇਟਰ ਡਾਕਟਰ ਪ੍ਰਿਤਪਾਲ ਸਿੰਘ ਜੀ ਨਾਲ, ਜਿਹੜੇ ਕਿ ਇਸ ਵੇਲੇ ਸਾਡੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ। ਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਵੀਰ ਜੀ, ਪੰਥਕ ਮੁੱਦਿਆਂ ਤੇ ਗੱਲਬਾਤ ਕਰਨ ਤੋਂ ਪਹਿਲਾਂ, ਜਿਸ ਤਰ੍ਹਾਂ ਤੁਸੀਂ ਜਾਣਦੇ ਕਿ ਕੱਲ 9/11 ਦਾ ਦਿਨ ਹੈ, 9/11 ਦੀ 14th ਐਨੀਵਰਸਰੀ ਹੈ। ਕਿਸ ਤਰ੍ਹਾਂ 14 ਸਾਲ ਪਹਿਲਾਂ ਵਰਲਡ ਟ੍ਰੇਡ ਸੈਂਟਰ ਤੇ ਅਟੈਕ ਹੋਇਆ ਅਤੇ ਉਸ ਤੋਂ ਬਾਅਦ ਸਿੱਖਾਂ ਨਾਲ ਹੇਟ ਕ੍ਰਾਈਮ ਦੀਆਂ ਸਾਰੀਆਂ ਵਾਰਦਾਤਾਂ ਸ਼ੁਰੂ ਹੋ ਗਈਆਂ ਸੀ। ਅੱਜ ਜਿਸ ਤਰ੍ਹਾਂ ਤੁਸੀਂ ਜਾਣਦੇ ਕਿ ਪਿਛਲੇ ਦਿਨੀ ਸ਼ਿਕਾਗੋ ਦੇ ਨਿਵਾਸੀ ਸਰਦਾਰ ਇੰਦਰਜੀਤ ਸਿੰਘ ਤੇ ਵੀ ਹਮਲਾ ਹੋਇਆ। ਅੱਜ ਤੁਸੀਂ 9/11 ਦੀ ਇਸ ਐਨੀਵਰਸਰੀ ਅਤੇ ਜਿਹੜੇ ਸਿੱਖਾਂ ਦੇ ਉੱਪਰ ਅਟੈਕ ਹੋ ਰਹੇ ਨੇ ਉਸ ਬਾਰੇ ਸਾਡੇ ਦਰਸ਼ਕਾਂ ਨੂੰ ਸਭ ਤੋਂ ਪਹਿਲਾਂ ਕੀ ਕਹਿਣਾ ਚਾਹੋਗੇ? ਜੀ, ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਅਦਾਰੇ ਦਾ ਧੰਨਵਾਦ ਕਰਦਾ ਜਿਹੜੇ ਸਮੇਂ-ਸਮੇਂ ਸਾਨੂੰ ਸੰਗਤਾਂ ਦੇ ਰੂਬਰੂ ਕਰਦੇ ਨੇ। ਤੇ ਤੁਸੀਂ ਬੜਾ ਸੁੰਦਰ ਸਵਾਲ ਕੀਤਾ ਇਹੋ ਜਿਹੜਾ 9/11 ਦੇ ਸੰਬੰਧ ਵਿੱਚ। ਮੈਂ ਦੇਖੋ, ਜਦੋਂ ਇਹ ਘਟਨਾ ਘਟੀ ਸੀ, ਇਹ ਇੱਕ ਬੜੀ ਹੀ ਮੰਦਭਾਗੀ ਘਟਨਾ ਸੀ ਜਦੋਂ ਅਮਰੀਕਾ ਦੇ ਉੱਪਰ ਬਾਹਰਲੇ ਹਮਲਾਵਰਾਂ ਨੇ ਆ ਕੇ ਇਹ ਹਮਲਾ ਕੀਤਾ। ਇਹ ਉਸ ਵੇਲੇ ਵੀ ਇੱਕ ਅਟੈਕ ਔਨ ਅਮਰੀਕਾ ਗਿਣਿਆ ਗਿਆ ਸੀ, ਪਰ ਬਦਕਿਸਮਤੀ ਦੇ ਨਾਲ ਉਹਦੇ ਵਿੱਚ ਕ੍ਰਾਸ ਫਾਇਰ ਦੇ ਵਿੱਚ ਜਿਹੜੇ ਸਿੱਖ ਆ ਗਏ ਤੇ ਇੱਕ ਮਤਲਬ ਪਛਾਣ ਦਾ ਕਾਰਨ ਸੀ ਸਾਨੂੰ, ਮਤਲਬ ਪਛਾਣ ਦੀ ਵਜ੍ਹਾ ਕਰਕੇ ਸਿੱਖਾਂ ਤੇ ਹਮਲੇ ਹੋਏ। ਤੇ ਕਿਤੇ ਜਿਹੜੇ ਨਸਲੀ ਹਮਲੇ, ਗਾਲਾਂ ਕੋਈ ਕੱਢ ਦੇਵੇ ਜਾਂ ਦਸਤਾਰ ਦੇ ਉੱਪਰ ਕੋਈ ਤੰਦ ਕੱਸ ਦੇਵੇ, ਪਰ ਇਹਦੇ ਨਾਲ ਸਭ ਤੋਂ ਮੰਦਭਾਗੀ ਘਟਨਾ ਵਾਪਰੀ ਜਦੋਂ ਸਤੰਬਰ ਦੇ 3-4 ਦਿਨ ਬਾਅਦ ਹੀ 9/11 ਤੋਂ ਬਾਅਦ ਬਲਵੀਰ ਸਿੰਘ ਸੋਢੀ ਜਿਹੜੇ ਕਿ ਐਰੀਜ਼ੋਨਾ ਦੇ ਵਿੱਚ ਇੱਕ ਗੁਰਸਿੱਖ ਸਨ, ਉਹਨਾਂ ਤੇ ਕਿਸੇ ਹਥਿਆਰੇ ਨੇ ਗੋਲੀ ਚਲਾ ਕੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ। ਤੇ ਇਸ ਤਰ੍ਹਾਂ ਦੀਆਂ ਹੋਰ ਕਈ ਘਟਨਾਵਾਂ ਸਾਰੇ ਅਮਰੀਕਾ 'ਚ ਉਦੋਂ ਤੋਂ ਲੈ ਕੇ ਅੱਜ ਤੱਕ ਹੋ ਰਹੀਆਂ ਹਨ। ਪਰ ਅਸੀਂ ਧੰਨਵਾਦੀ ਹਾਂ ਅਮਰੀਕਾ ਸਰਕਾਰ ਦੇ, ਜਿਨ੍ਹਾਂ ਨੇ ਬੜਾ ਹੀ ਮਤਲਬ ਸੁਲਝਿਆ ਹੋਇਆ ਤੇ ਸਖਤ ਫੈਸਲਾ ਲੈ ਕੇ, ਜਿੱਥੇ ਇੱਥੋਂ ਦੀ ਕਾਂਗਰਸ ਨੇ ਸਿੱਖਾਂ ਦੀ ਸੁਰੱਖਿਆ ਦੇ ਪ੍ਰਤੀ ਇੱਥੋਂ ਦੀ ਪਾਰਲੀਮੈਂਟ ਵਿੱਚ ਕਾਨੂੰਨ ਬਣਾਏ, ਔਰ ਉਦੋਂ ਦੇ ਪ੍ਰੈਜ਼ੀਡੈਂਟ ਬੁਸ਼ ਨੇ ਇਹਦੇ ਮੁਤਲਕ ਬੜਾ ਹੀ ਹਾਂ ਪੱਖੀ ਹੁੰਗਾਰਾ ਭਰਦੇ ਹੋਏ ਸਿੱਖਾਂ ਦੀ ਜਿਹੜੀ ਸੁਰੱਖਿਆ ਸੀ ਉਹਨੂੰ ਯਕੀਨੀ ਬਣਾਇਆ। ਅਤੇ ਅੱਜ ਵੀ ਇਹ ਠੀਕ ਹੈ ਕਿ ਘਟਨਾਵਾਂ ਜ਼ਰੂਰ ਘਟ ਰਹੀਆਂ ਨੇ, ਪਰ ਸਰਕਾਰ ਦਾ ਜਿਹੜਾ ਹੁੰਗਾਰਾ ਹੈ ਉਹਦੇ ਪ੍ਰਤੀ ਉਹ ਸਿੱਖਾਂ ਦੇ ਵਾਸਤੇ ਬੜਾ ਹਾਂ ਪੱਖੀ ਆ। FBI ਜਿਹੜੇ ਜਿੰਨੇ ਵੀ ਨਸਲੀ ਹਮਲੇ ਹੋ ਰਹੇ ਨੇ ਉਹਨਾਂ ਦੇ ਵਾਸਤੇ, ਉਹਨਾਂ ਨੂੰ ਟਰੈਕ ਕਰਨ ਵਾਸਤੇ ਸਿੱਖਾਂ ਦੇ ਕਿੰਨੇ ਹਮਲੇ ਹੋਏ ਨੇ ਉਹਦਾ ਇੱਕ ਅਲੱਗ ਖਾਤਾ ਖੋਲ੍ਹਿਆ ਹੋਇਆ ਹੈ। ਠੀਕ ਆ, ਮਤਲਬ ਸਾਡੇ ਤੇ ਹਮਲੇ ਹੋਏ ਵੀ ਨੇ ਇੱਥੇ, ਔਰ ਕੁਛ ਇੱਕਾ ਦੁੱਕਾ ਹਮਲੇ ਹੋ ਵੀ ਰਹੇ ਨੇ ਜਿਹੜੇ ਕਿ ਬੜੇ ਮੰਦਭਾਗੇ ਆ। ਪਰ ਅਸੀਂ, ਸਾਡਾ ਇੱਥੋਂ ਦੀਆਂ ਸੁਰੱਖਿਆ ਏਜੰਸੀਆਂ ਦੇ ਵਿੱਚ ਤੇ ਇੱਥੋਂ ਦੀ ਸਰਕਾਰ ਦੇ ਵਿੱਚ ਪੁਰ ਜ਼ਰੂਰ ਜਿਹੜਾ ਯਕੀਨ ਹੈ ਕਿ ਇਹ ਸਾਡੀ ਸੁਰੱਖਿਆ ਦਾ ਪ੍ਰਬੰਧ ਇਹਨਾਂ ਨੇ ਕੀਤਾ ਵੀ ਆ ਤੇ ਕਰਦੇ ਵੀ ਰਹਿਣਗੇ। ਇੱਥੇ ਹੀ ਮੈਂ ਯਾਦ ਕਰਾਉਣਾ ਚਾਹੁੰਦਾ ਕਿ ਅੱਜ ਤੋਂ 30 ਸਾਲ ਪਹਿਲਾਂ ਦਿੱਲੀ ਵਿੱਚ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਜਿਹੜੀਆਂ ਘਟਨਾਵਾਂ ਘਟੀਆਂ, ਉਹਨਾਂ ਦੇ ਦੋਸ਼ੀ ਅੱਜ ਤੱਕ ਜਿਹੜੇ ਗਲੀਆਂ ਵਿੱਚ ਦੰਦ ਲਾਉਂਦੇ ਫਿਰਦੇ ਨੇ, ਉਹਨਾਂ ਨੂੰ ਕੋਈ ਸਜ਼ਾ ਨਹੀਂ, ਉਹਨਾਂ ਦੀ ਕੋਈ ਪੁੱਛ ਪੜਤਾਲ ਨਹੀਂ। ਕਿੰਨੇ ਕਮਿਸ਼ਨ ਉਹਦੇ ਤੇ ਬਣੇ ਨੇ, ਕਿੰਨੀਆਂ ਉਹਨਾਂ ਦੀਆਂ ਜਾਂਚ ਏਜੰਸੀਆਂ ਨੇ ਉਹਨਾਂ ਦੇ ਵਿੱਚ ਜਾਂਚ ਕੀਤੀ। ਔਰ ਇਕੱਲਾ ਇਹੀ ਨਹੀਂ, ਹਾਈ ਕੋਰਟ ਔਰ ਸੁਪਰੀਮ ਕੋਰਟ ਦੇ ਜੱਜਾਂ ਦੇ ਸਾਹਮਣੇ ਇਹ ਘਟਨਾਵਾਂ ਘਟੀਆਂ, ਪਰ ਸਭ ਨੇ ਜਿਹੜੀਆਂ ਅੱਖਾਂ ਆ ਉਹ ਮਿੱਟੀਆਂ ਹੋਈਆਂ ਨੇ। ਸੋ ਅਸੀਂ ਜਿੱਥੇ ਇੱਥੋਂ ਦੀ ਸਰਕਾਰ ਦਾ ਧੰਨਵਾਦ ਕਰਦੇ ਹਾਂ
ਔਰ ਇਹਨਾਂ ਤੋਂ ਆਸ ਵੀ ਕਰਦੇ ਹਾਂ ਕਿ ਭਵਿੱਖ ਦੇ ਵਿੱਚ ਕੋਈ ਵੀ ਅਜਿਹੀ ਘਟਨਾ ਸਿੱਖਾਂ ਦੇ ਨਾਲ ਨਾ ਘਟੇ। ਅਗਰ ਕੋਈ ਨਸਲੀ ਵਿਤਕਰੇ ਦੇ ਵਿੱਚ ਆ ਕੇ ਸਿੱਖਾਂ ਦੇ ਕੋਈ ਤੰਜ਼ ਕੱਸਦਾ ਜਾਂ ਸਾਡੇ ਤੇ ਕੋਈ ਬੁਰੀ ਨਿਗਾਹ ਨਾਲ ਦੇਖਦਾ ਤੇ ਇੱਥੋਂ ਦੀਆਂ ਜਿਹੜੀਆਂ ਇੱਥੋਂ ਦੀ ਸਰਕਾਰ ਤੇ ਸਰਕਾਰੀ ਏਜੰਸੀਆਂ ਸਾਡੀ ਸੁਰੱਖਿਆ ਦਾ ਪੂਰਾ ਧਿਆਨ ਕਰਨਗੇ। ਬਿਲਕੁਲ ਵੀਰ ਜੀ। ਤੇ ਵੀਰ ਜੀ, ਜਿਸ ਤਰ੍ਹਾਂ ਅਸੀਂ ਇੰਟਰੋਡਕਸ਼ਨ ਦੇ ਵਿੱਚ ਮੈਂਸ਼ਨ ਕੀਤਾ ਸੀ ਕਿਸ ਤਰ੍ਹਾਂ ਬੰਦੀ ਸਿੰਘਾਂ ਦੀ ਰਿਹਾਈ ਲਈ ਤੁਹਾਡੀ ਆਵਾਜ਼ ਬਹੁਤ ਘੱਟ ਆ ਰਹੀ। ਹਾਂਜੀ ਵੀਰ ਜੀ, ਇਸ ਤਰ੍ਹਾਂ ਅਸੀਂ ਇੰਟਰੋਡਕਸ਼ਨ ਦੇ ਵਿੱਚ ਮੈਂਸ਼ਨ ਕੀਤਾ ਸੀ ਕਿਸ ਤਰ੍ਹਾਂ ਬਾਪੂ ਸੂਰਤ ਸਿੰਘ ਖਾਲਸਾ ਜੀ ਦਾ ਬਰਥ ਹਜੇ ਵੀ ਜਾਰੀ ਆ, ਇਵਨ ਇਟਸ ਬਿਨ 9 ਮੰਥਸ। ਪਰ ਜਿਸ ਤਰ੍ਹਾਂ SGPC ਜਾਂ ਜਥੇਦਾਰ ਅਕਾਲ ਤਖਤ ਸਾਹਿਬ ਜਾਂ ਪੰਜਾਬ ਸਰਕਾਰ ਦਾ ਇਸ ਤੇ ਕੋਈ ਐਕਸ਼ਨ ਵੀ ਨਹੀਂ ਆਇਆ। ਪਰ ਜਿਸ ਤਰ੍ਹਾਂ ਉਸ ਤੋਂ ਉਲਟ ਪਿਛਲੇ ਦਿਨੀ ਕਾਫੀ ਜਥੇਦਾਰ ਅਕਾਲ ਤਖਤ ਸਾਹਿਬ ਨੇ ਆਪਣੇ ਡਿਫਰੈਂਟ ਬਿਆਨ ਦਿੱਤੇ। ਉਹਨਾਂ ਵਿੱਚ ਇੱਕ ਸੀ ਕਿ ਜਿਸ ਤਰ੍ਹਾਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗੁਰਬਚਨ ਸਿੰਘ ਵੱਲੋਂ ਭੂਤਾਂ ਪ੍ਰੇਤਾਂ ਵਾਲੇ ਬਾਬਾ ਵਡਭਾਗ ਸਿੰਘ ਜੀ ਦਾ ਜਨਮ ਦਿਨ ਮਨਾਏ ਜਾਣ ਦੀ ਰਾਏ ਵੀ ਦਿੱਤੀ ਗਈ ਹੈ। ਉਹਨਾਂ ਨੇ ਸਲਾਹ ਦਿੱਤੀ ਹੈ ਜਿਸ ਨੂੰ ਗੁਰੂ ਪਾਤਸ਼ਾਹ ਜੀ ਨੇ ਹੀ ਸਿੱਖੀ ਤੋਂ ਛੇਕਿਆ ਹੋਇਆ ਸੀਗਾ। ਤੁਸੀਂ ਇਸ ਸੰਬੰਧ ਵਿੱਚ ਸਾਡੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ? ਦੇਖੋ, ਇਹਦੇ ਵਿੱਚ ਕਈ ਇਹ ਜਿਹੜੀ ਖਬਰ ਆ ਇਹਦੀ ਇੱਕ ਪਰਤ ਨਹੀਂ ਹੈਗੀ। ਹਾਂਜੀ, ਇਹਦੀਆਂ ਕਈ ਪਰਤਾਂ। ਇਹ ਜਿਹੜੀ ਸਿੱਖੀ ਤੇ ਹਮਲੇ ਹੋ ਰਹੇ ਨੇ ਲਗਾਤਾਰ ਧਾਰਮਿਕ ਤੌਰ ਤੇ, ਸਿਆਸੀ ਤੌਰ ਤੇ, ਸਮਾਜਿਕ ਤੌਰ ਤੇ, ਇਹ ਉਹਨਾਂ ਦੀਆਂ ਜਿਹੜੀਆਂ ਕੜੀਆਂ, ਉਹਨਾਂ ਦੀ ਕੜੀ ਦਾ ਇੱਕ ਹਿੱਸਾ। ਤੇ ਬੜੇ ਹੀ ਅਫਸੋਸ ਨਾਲ ਇਹ ਗੱਲ ਕਹਿਣੀ ਪੈਂਦੀ ਹੈ ਕਿ ਜਿਹੜੀਆਂ ਸੰਸਥਾਵਾਂ ਜਾਂ ਉਹਨਾਂ ਸੰਸਥਾਵਾਂ ਤੇ ਵਿਰਾਜਮਾਨ ਜਿਹੜੇ ਅਹੁਦੇਦਾਰ ਨੇ ਜਿਨ੍ਹਾਂ ਤੋਂ ਸਾਨੂੰ ਪੂਰਨ ਆਸ ਸੀ ਕਿ ਇਹ ਸਾਡੀ ਜਿਹੜੀ ਧਾਰਮਿਕ ਕਦਰਾਂ ਕੀਮਤਾਂ ਦੀ ਰੱਖਿਆ ਕਰਦੇ ਹੋਏ ਤੇ ਸਿੱਖਾਂ ਦੇ ਨਾਲ ਖੜੇ ਹੋਣਗੇ, ਅੱਜ ਉਹੀ ਇਸ ਗੱਲ ਦੇ ਵਿਰੁੱਧ ਖੜੇ ਹੋਏ ਨੇ। ਲਈਏ ਬਾਬਾ ਵਡਭਾਗ ਸਿੰਘ ਦੀ ਜਿਹੜੀ ਗੱਲ ਹੈ, ਦੇਖੋ 1935-36 ਦੇ ਵਿੱਚ ਜਿਹੜੀ ਰਹਿਤ ਮਰਜ਼ਾਦਾ ਬਣੀ ਸੀ ਉਹਦੇ ਵਿੱਚ ਬੜਾ ਸਪੈਸੀਫਿਕ ਜ਼ਿਕਰ ਹੈ ਇਹਨਾਂ ਦਾ। ਧੀਰ ਮਲੀਏ, ਰਾਮ ਰਾਈਏ, ਮੀਣੇ, ਮਸੰਦ, ਇਹ ਕੌਣ ਲੋਕ ਆ? ਇਹ ਉਹੀ ਲੋਕ ਨੇ ਜਿਨ੍ਹਾਂ ਨੂੰ ਗੁਰੂ ਪਾਤਸ਼ਾਹ ਦੇ ਵੇਲੇ ਤੋਂ ਹੀ ਇਹਨਾਂ ਨੂੰ ਛੇਕਿਆ ਹੋਇਆ। ਔਰ ਜਿਹੜੇ ਧੀਰ ਮਲੀਏ ਆ ਉਹਨਾਂ ਦੀ ਜਿਹੜੀ ਕਾਰਗੁਜ਼ਾਰੀ ਆ ਉਹ ਕਿਸੇ ਵੀ ਤਰ੍ਹਾਂ ਪੰਥ ਦੇ ਪਾਸੋਂ ਗੁੱਝੀ ਹੋਈ ਨਹੀਂ। ਪਰ ਜਥੇਦਾਰ ਅਕਾਲ ਤਖਤ ਸਾਹਿਬ ਦਾ ਇਹ ਬਿਆਨ ਦੇਣਾ ਕਿ ਉਹਨਾਂ ਦਾ ਜਨਮ ਦਿਨ ਮਨਾਇਆ ਜਾਵੇ ਜਾਂ ਮਨਾਇਆ ਜਾ ਸਕਦਾ, ਇਹ ਬਹੁਤ ਹੀ ਮੰਦਭਾਗੀ ਗੱਲ ਹੈ। ਹਾਲਾਂਕਿ ਅੱਜ ਦੀਆਂ ਅਖਬਾਰਾਂ ਦੇ ਵਿੱਚ ਉਹਨਾਂ ਨੇ ਇਸ ਗੱਲ ਤੋਂ ਕਿਨਾਰਾ ਕਰਨ ਦੀ ਕੋਸ਼ਿਸ਼ ਕੀਤੀ ਹੈ, ਪਰ ਉਹ ਵੀ ਇੱਕ ਬੜਾ ਗੋਂਗਲੂਆਂ ਤੋਂ ਮਿੱਟੀ ਝਾੜਨ ਵਾਲੀ ਗੱਲ ਆ ਕਿ ਮੈਂ ਇਸ ਤਰ੍ਹਾਂ ਨਹੀਂ ਕਿਹਾ ਸੀ, ਇਸ ਤਰ੍ਹਾਂ ਨਹੀਂ ਕਿਹਾ ਸੀ। ਦੇਖੋ, ਇਕੱਲੀ ਇਹੀ ਗੱਲ ਨਹੀਂ ਹੈਗੀ। ਜੇ ਤੁਸੀਂ ਪਿਛਲੇ 15-20 ਸਾਲ ਤੋਂ ਪੰਜਾਬ ਦੀਆਂ ਜਿਹੜੀਆਂ ਸਫਾਵਾਂ ਤੇ ਜਿਹੜੀ ਧਰਾਤਲ ਤੇ ਜੇ ਨਿਗਾਹ ਮਾਰੋ ਤੇ ਇਕੱਲਾ ਬਾਬਾ ਵਡਭਾਗ ਸਿੰਘ ਦਾ, ਚਲੋ ਉਹਨਾਂ ਦਾ ਹੁਣ ਜਨਮ ਦਿਨ ਮਨਾਉਣ ਦੀ ਗੱਲ ਕੀਤੀ ਹੈ ਜਾਂ ਕਰ ਰਹੇ, ਕਿੰਨੇ ਹੋਰ ਬਾਬੇ, ਅਖੌਤੀ, ਸਾਧ, ਸੰਤ, ਇਹਨਾਂ ਦੇ ਜਿਹੜੇ ਦਿਨ ਆ ਮਨਾਏ ਜਾ ਰਹੇ। ਮਹਾਂਪੁਰਖ ਜਿਹੜੇ ਗੁਰਬਾਣੀ ਦਾ ਪ੍ਰਚਾਰ ਕਰਦੇ ਨੇ ਜਾਂ ਸਿੱਖੀ ਦੀ ਸੇਵਾ ਕਰਦੇ ਨੇ ਉਹ ਸਤਿਕਾਰ ਦੇ ਪਾਤਰ ਆ, ਪਰ ਉਹਨਾਂ ਦੀ ਬਰਾਬਰੀ ਗੁਰੂ ਸਾਹਿਬ ਦੇ ਨਾਲ ਬਿਲਕੁਲ ਨਹੀਂ ਹੋ ਸਕਦੀ। ਮੈਨੂੰ ਯਾਦ ਹੈ ਪਿਛਲੇ ਦਿਨਾਂ 'ਚ ਭਾਵੇਂ ਨਾਨਕਸ਼ਾਹੀ ਕੈਲੰਡਰ ਦੇ ਮੁਤਾਬਕ ਜਿਹੜਾ 10ਵੇਂ ਪਾਤਸ਼ਾਹ ਦਾ ਅਵਤਾਰ ਪੁਰਬ ਸੀ 5 ਜਨਵਰੀ ਦਾ ਸੀ, ਪਰ 18 ਜਨਵਰੀ ਨੂੰ ਜਿਹੜਾ ਉਹਨਾਂ ਦਾ ਵਿਕਰਮੀ ਕੈਲੰਡਰ ਆ ਉਹਦੇ ਹਿਸਾਬ ਦੇ ਨਾਲ ਉਹ ਇੱਕ ਦਿਨ ਮਨਾ ਰਹੇ ਸੀ ਪੰਜਾਬ ਦੀ ਧਰਤੀ ਤੇ। ਉਸੇ ਦਿਨ ਹੀ ਕਿਸੇ ਸੰਤ ਦੀ ਜਾਂ ਸਾਧ ਦੀ ਵਰਸੀ ਸੀ ਜਿਹਦੇ ਵਿੱਚ 51 ਅਖੰਡ ਪਾਠਾਂ ਦੇ ਭੋਗ ਪਾਏ ਗਏ। ਔਰ ਉੱਥੇ ਸਾਰੇ ਸਮਾਗਮ ਵਿੱਚ ਜਥੇਦਾਰ ਸਾਹਿਬ ਵੀ, ਕੋਈ ਜਥੇਦਾਰ ਸਾਹਿਬ ਵੀ ਉੱਥੇ ਮੌਜੂਦ ਸੀ। ਸਾਰੇ ਹੀ ਸਮਾਗਮਾਂ ਦੇ ਵਿੱਚ ਕੋਈ ਗੁਰੂ ਪਾਤਸ਼ਾਹ ਦੀ ਗੱਲ ਨਹੀਂ ਹੋਈ, ਸਿਰਫ ਔਰ ਸਿਰਫ ਉਸ ਬਾਬੇ ਦੇ ਦੁਆਲੇ ਜਿਹੜੀ ਆ ਗੱਲ ਘੁੰਮਦੀ ਰਹੀ। ਜਿੱਥੇ ਬਾਬਾ ਵਡਭਾਗ ਸਿੰਘ ਦਾ ਜਨਮ ਮਨਾਉਣਾ, ਇੱਕ ਜਨਮ ਦਿਨ ਮਨਾਉਣਾ ਇੱਕ ਦੁਖਦਾਈ ਘਟਨਾ ਆ ਜਿਹੜੀ ਇਹਨੂੰ ਉਤਸ਼ਾਹਿਤ ਕਰਨਾ। ਕੱਲਾ ਇਹੀ ਨਹੀਂ, ਹੋਰ ਵੀ ਅਜਿਹੇ ਬਾਬੇ, ਸੰਤ, ਅਖੌਤੀ, ਸਾਧ ਜਿਹੜੇ ਵੀ ਅਜਿਹੇ ਲਾਈਨ ਵਿੱਚ ਆਉਂਦੇ ਨੇ, ਚਾਹੇ ਉਹ ਪੰਥ ਤੋਂ ਨਹੀਂ ਵੀ ਛਿਕੇ ਹੋਏ, ਇਸ ਤਰ੍ਹਾਂ ਦੀ ਜਿਹੜੀ ਪ੍ਰਥਾ ਆ ਜਾਂ ਇਸ ਤਰ੍ਹਾਂ ਦੀ ਜਿਹੜੀ ਰੀਤ ਅਸੀਂ ਪੰਜਾਬ ਦੇ ਵਿੱਚ ਸਿੱਖਾਂ ਨੇ ਚਲਾਈ ਆ, ਉਹ ਇਹਦੇ ਤੋਂ ਵੀ ਜ਼ਿਆਦਾ ਮੰਦਭਾਗੀ ਆ। ਖਾਲਸਾ ਪੰਥ ਨੂੰ ਸਿਰਫ ਔਰ ਸਿਰਫ ਜਿਹੜੇ ਪੁਰਬ ਆ ਉਹ ਗੁਰੂ ਮਹਾਰਾਜ ਦੇ ਹੀ ਮਨਾਉਣੇ ਚਾਹੀਦੇ, ਜਾਂ ਜਿਹੜੇ ਸਾਡੇ ਹੋਰ ਇਤਿਹਾਸਕ ਦਿਹਾੜੇ ਹੈਗੇ ਆ ਉਹਨਾਂ ਨੂੰ ਯਾਦ ਕਰਨਾ ਚਾਹੀਦਾ। ਇਹ ਜਿਹੀਆਂ ਗੱਲਾਂ ਕਰਕੇ
ਇਹੋ ਜਿਹੇ ਅਖੌਤੀ ਮਹਾਂਪੁਰਖਾਂ ਨੂੰ ਜਾਂ ਬਾਬਿਆਂ ਦੇ ਜਨਮ ਦਿਨ ਮਨਾ ਕੇ ਇਹ ਜਿਹੜੀ ਪੰਥ ਦੇ ਨਾਲੋਂ ਗੁਰੂ ਸਾਹਿਬ ਦੇ ਨਾਲੋਂ ਇੱਕ ਤੋੜਨ ਦੀ ਰੀਤ ਆ ਜਿਹੜੀ ਕਿ ਇਸ ਤੋਂ ਵੀ ਜ਼ਿਆਦਾ ਮੰਦਭਾਗੀ ਆ। ਔਰ ਅਸੀਂ ਆਸ ਕਰਦੇ ਹਾਂ ਸਾਡੇ ਜਿਹੜੇ ਧਾਰਮਿਕ ਸ਼ਖਸੀਅਤਾਂ ਨੇ ਕਿ ਅਜਿਹੀਆਂ ਗੱਲਾਂ ਤੋਂ ਗੁਰੇਜ਼ ਕੀਤਾ ਜਾਵੇ ਅਤੇ ਸਮੁੱਚੀਆਂ ਸੰਗਤਾਂ ਨੂੰ ਵੀ ਅਸੀਂ ਪੁਰਜ਼ੋਰ ਬੇਨਤੀ ਵੀ ਕਰਦੇ ਹਾਂ, ਅਪੀਲ ਵੀ ਕਰਦੇ ਹਾਂ ਕਿ ਅਜਿਹੀਆਂ ਜਿਹੜੀਆਂ ਖਾਲਸਾ ਪੰਥ ਦੇ ਨਾਲ ਇਸ ਵੇਲੇ ਸਾਜ਼ਿਸ਼ਾਂ ਹੋ ਰਹੀਆਂ ਇਹਨਾਂ ਤੋਂ ਬਚਿਆ ਜਾਵੇ ਔਰ ਜੋ ਗੁਰੂ ਸਾਹਿਬ ਦਾ ਆਦੇਸ਼ ਹੈ ਜੋ ਪੰਥਕ ਪਰੰਪਰਾਵਾਂ ਦੇ ਵਿੱਚ ਸਾਡੇ ਕੋਲ ਸੁਰੱਖਿਅਤ ਮੌਜੂਦ ਆ ਉਹਦੇ ਹਿਸਾਬ ਦੇ ਨਾਲ ਜਿਹੜਾ ਖਾਲਸਾ ਪੰਥ ਹੈ ਸਿਹਤ ਪ੍ਰਾਪਤ ਕਰੇ। ਜੀ ਤੇ ਬਿਲਕੁਲ ਵਿੱਚ ਅਸੀਂ ਗੱਲ ਕੀਤੀ ਕਿ ਇਹਨਾਂ ਨੇ ਬਿਆਨ ਦਿੱਤੇ ਨੇ, ਪਰ ਤੁਸੀਂ ਕਹਿੰਦੇ ਜਿਸ ਤਰ੍ਹਾਂ ਇਹ ਬਿਆਨ ਤੋਂ ਆਪਣੇ ਮੁੱਕਰੇ ਨੇ, ਪਰ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਕਿ ਸਾਡੀ ਕੋਈ ਸਾਂਝ ਨਹੀਂ ਹੈਗੀ ਇਹਨਾਂ ਦੇ ਨਾਲ ਰੋਟੀ ਜਾਂ ਬੇਟੀ ਦੀ, ਇਹਨਾਂ ਰਾਮ ਰਾਈਆਂ ਦੇ ਨਾਲ ਜਾਂ ਧੀਰਮਲੀਆਂ ਦੇ ਨਾਲ, ਜਾਂ ਤੁਸੀਂ ਮਿੱਸੇ ਤੇ ਮਸਦ ਦੀ ਗੱਲ ਕੀਤੀ ਹੈ। ਪਰ ਜਿਸ ਤਰ੍ਹਾਂ ਜਥੇਦਾਰ ਅਕਾਲ ਤਖ਼ਤ ਸਾਹਿਬ ਨੇ ਇਹ ਸਪਸ਼ਟ ਕੀਤਾ ਸੀ ਆਪਣੇ ਬਿਆਨ ਦੇ ਵਿੱਚ ਕਿ ਜਿਸ ਤਰ੍ਹਾਂ ਉਹਨਾਂ ਨੇ ਆਧਾਰ ਬਣਾਇਆ ਸੀ ਸਿੱਖ ਰਹਿਤ ਮਰਿਆਦਾ ਨੂੰ, ਕਿ ਅਸੀਂ ਸਿੱਖ ਰਹਿਤ ਮਰਿਆਦਾ ਦੇ ਅਨੁਸਾਰ ਅਗਰ ਇਹ ਅੰਮ੍ਰਿਤ ਛਕ ਲੈਂਦੇ ਹਨ ਤਾਂ ਇਹਨਾਂ ਨਾਲ ਅਸੀਂ ਵਾਪਿਸ ਆਪਣੀ ਸਭ ਕੁਛ ਆਪਣੇ ਜਿਹੜਾ ਰਿਲੇਸ਼ਨਸ਼ਿਪ ਰੱਖ ਸਕਦੇ ਹਾਂ। ਤੁਹਾਨੂੰ ਕੀ ਲੱਗਦਾ ਕਿੱਥੇ ਤੱਕ ਸਹੀ ਹੈ? ਦੇਖੋ ਇਹ ਜਿਹੜਾ ਉੱਥੇ ਅੱਜ ਕੱਲ ਬਾਬੇ ਵਡਭਾਗ ਸਿੰਘ ਦੇ ਡੇਰੇ ਵਿੱਚ ਸਵਰਨਜੀਤ ਸਿੰਘ ਨਾਂ ਦਾ ਜਿਹੜਾ ਆਪਣੇ ਆਪ ਨੂੰ ਸੇਵਾਦਾਰ ਕਹਾਉਂਦਾ ਜੇ ਉਹ ਅੰਮ੍ਰਿਤ ਛਕ ਵੀ ਲੈਂਦਾ, ਚਲੋ ਉਹ ਇੰਡੀਵਿਜੂਅਲੀ ਅੰਮ੍ਰਿਤ ਛਕ ਕੇ ਖਾਲਸਾ ਪੰਥ ਦੇ ਸ਼ਾਮਲ ਹੋ ਜਾਏਗਾ। ਇਹ ਗੱਲ ਇੰਡੀਵਿਜੂਅਲ ਦੀ ਨਹੀਂ ਹੈਗੀ। ਤੁਸੀਂ ਉੱਥੇ ਅੱਜ ਵੀ ਜਾ ਕੇ ਦੇਖ ਲਓ, ਉੱਥੇ ਮਤਲਬ ਕੋਈ ਉਹਨੂੰ ਭੂਤਾਂ ਦਾ ਡੇਰਾ ਕਹਿੰਦਾ, ਕੋਈ ਉੱਥੇ ਡੋਲੀਆਂ ਖਲਾਈਆਂ ਜਾਂਦੀਆਂ। ਅਗਰ ਸਮੁੱਚੇ ਆਪਣੇ ਸਾਰੇ ਏਦਾਂ ਦੇ ਜਿੰਨੇ ਸਿਲਸਿਲੇ ਉੱਥੇ ਉਹਨਾਂ ਦੇ ਚੱਲਦੇ ਆ ਉਹਨੂੰ ਬੰਦ ਕਰਕੇ ਅਗਰ ਖਾਲਸਾ ਪੰਥ ਦੀ ਜਿਹੜੀ ਲਹਿਰ ਆ ਜਾਂ ਖਾਲਸਾ ਪੰਥ ਦੇ ਵਿੱਚ ਉਹ ਅੰਮ੍ਰਿਤ ਛਕ ਕੇ ਸ਼ਾਮਲ ਹੋ ਜਾਂਦੇ ਆ ਤੇ ਜਾਂ ਉਹ ਇਹ ਡਿਨਾਊਂਸ ਕਰਦੇ ਆ ਵੀ ਅਸੀਂ ਅੱਜ ਤੱਕ ਜੋ ਕੀਤਾ ਇਹ ਗਲਤ ਸੀ ਔਰ ਅੱਗੇ ਤੋਂ ਲੈ ਕੇ ਅਸੀਂ ਅਜਿਹਾ ਕੋਈ ਕਾਰਜ ਨਹੀਂ ਕਰਾਂਗੇ। ਔਰ ਉੱਥੇ ਜਾ ਕੇ ਮਤਲਬ ਕੋਈ ਅਕਾਲ ਤਖ਼ਤ ਸਾਹਿਬ ਵੱਲੋਂ ਜਾਂ ਸਿੱਖਾਂ ਦੀ ਜਿੰਨੀਆਂ ਵੀ ਸਰਮੌਰ ਸੰਸਥਾਵਾਂ ਉਹਨਾਂ ਦਾ ਕੋਈ ਨਾ ਕੋਈ ਉੱਥੇ ਨੁਮਾਇੰਦਾ ਜਾ ਕੇ ਗਾਹੇ ਬਗਾਹੇ ਉਹਨੂੰ ਚੈੱਕ ਕਰ ਸਕਦਾ ਕਿ ਇੱਥੇ ਜਿਹੜੀ ਮਰਜ਼ਾਦਾ ਦੀ ਪਾਲਣਾ ਹੁੰਦੀ ਆ ਤੇ ਠੀਕ ਆ। ਅਗਰ ਉਹਨਾਂ ਦੀ ਰੁਚੀ ਨੂੰ ਦੇਖਦੇ ਹੋਏ ਅਗਰ ਉਹ ਸਾਰਾ ਕੁਝ ਡਿਨਾਊਂਸ ਕਰਕੇ ਖਾਲਸਾ ਪੰਥ ਦੇ ਵਿੱਚ ਸ਼ਾਮਲ ਹੋਣਾ ਚਾਹੁੰਦੇ ਆ ਔਰ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਆ ਕੇ ਆਪਣੀ ਭੁੱਲ ਬਖਸ਼ਾਉਂਦੇ ਆ ਪੁਰਾਣੀ, ਤੇ ਫਿਰ ਮੇਰੇ ਖਿਆਲ ਖਾਲਸਾ ਪੰਥ ਦੀ ਕਚਹਿਰੀ 'ਚ ਆ ਕੇ ਜੋ ਪੇਸ਼ ਹੁੰਦੇ ਨੇ ਤਾਂ ਉਹਨਾਂ ਨੂੰ ਖਾਲਸਾ ਪੰਥ ਉਹਨਾਂ ਦੀ ਜਿਹੜੀ ਰੁਚੀ ਦੇਖਦੇ ਹੋਏ ਉੱਤੇ ਜ਼ਰੂਰ ਮੇਰਾ ਖਿਆਲ ਹੈ ਫੈਸਲਾ ਕਰੇਗਾ। ਔਰ ਪਿਛਲੇ ਸਮੇਂ ਵਿੱਚ ਇਸ ਤਰ੍ਹਾਂ ਹੁੰਦਾ ਰਿਹਾ ਕਿ ਅਗਰ ਕੋਈ ਭੁੱਲ ਬਖਸ਼ਾ ਕੇ ਖਾਲਸਾ ਪੰਥ ਦੀ ਜਿਹੜੀ ਲਹਿਰ ਹੈ ਇਹਦੇ ਵਿੱਚ ਸ਼ਾਮਲ ਹੁੰਦਾ ਤੇ ਮੇਰੇ ਖਿਆਲ 'ਚ ਕੋਈ ਗਲਤ ਗੱਲ ਨਹੀਂ ਹੋਏਗੀ। ਜੀ ਤੇ ਵੀਰ ਜੀ, ਇਹ ਤਾਂ ਅਸੀਂ ਜਥੇਦਾਰ ਅਕਾਲ ਤਖ਼ਤ ਸਾਹਿਬ ਦੇ ਹਵਾਲੇ ਨਾਲ ਗੱਲਬਾਤ ਕੀਤੀ ਸੀ। ਹੁਣ ਅਸੀਂ SGPC ਦੇ ਹਵਾਲੇ ਨਾਲ ਵੀ ਗੱਲਬਾਤ ਕਰਨਾ ਚਾਹਾਂਗੇ। ਜਿਸ ਤੁਸੀਂ ਜਾਣਦੇ ਹੋ ਕਿ ਜਥੇਦਾਰ ਅਕਾਲ ਤਖ਼ਤ ਸਾਹਿਬ ਨੇ SGPC ਦੇ ਪ੍ਰਧਾਨ ਮੱਕੜ ਨੂੰ ਸ਼੍ਰੋਮਣੀ ਸੇਵਕ ਦਾ ਅਵਾਰਡ ਦਿੱਤਾ ਹੈ। ਤੁਸੀਂ ਸਭ ਨੂੰ ਕਿਵੇਂ ਵੇਖਦੇ ਹੋ? ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ? ਦੇਖੋ ਬੀਬਾ ਜੀ, ਉਹ ਇੱਕ ਪੰਜਾਬੀ ਦੀ ਕਹਾਵਤ ਹੈ ਵੀ ਆਪੇ ਹੀ ਮੈਂ ਰੱਜੀ ਬੁੱਝੀ, ਆਪੇ ਹੀ ਮੇਰੇ ਬੱਚੇ ਜੀਣ। ਆਪੇ ਹੀ ਇਹੋ ਅਵਾਰਡ ਕ੍ਰੀਏਟ ਕਰ ਲੈਂਦੇ ਆ, ਆਪੇ ਹੀ ਇੱਕ ਦੂਜੇ ਨਾਲ ਵੰਡਣੇ ਸ਼ੁਰੂ ਕਰ ਦਿੰਦੇ ਆ। ਪਿੱਛੇ ਜੇ ਇਹਨਾਂ ਨੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਬੜਾ ਵੱਡਾ ਅਵਾਰਡ ਦਿੱਤਾ। ਇਸੇ ਤਰ੍ਹਾਂ ਠੀਕ ਆ, ਅੱਜ ਇਹਨਾਂ ਦੇ ਸਾਰਾ ਕੁਛ ਇਹਨਾਂ ਦੇ ਕੰਟਰੋਲ 'ਚ ਹੈਗਾ, ਪਰ ਸਿੱਖ ਸੰਗਤਾਂ ਦੇ ਉੱਪਰ ਤੇ ਆਮ ਜਿਹੜੇ ਲੋਕ ਆ ਉਹਨਾਂ ਤੇ ਇੱਕ ਬੜਾ ਨਾ ਪੱਖੀ ਇਹਦਾ ਅਸਰ ਹੋਏਗਾ। ਜਦੋਂ ਕਿਸੇ ਨੂੰ ਕੋਈ ਅਵਾਰਡ ਦਿੱਤਾ ਜਾਂਦਾ ਜਾਂ ਦੇਣਾ ਹੋਵੇ ਤੇ ਸੰਗਤਾਂ ਦੇ ਵਿੱਚ ਇੱਕ ਬੜੀ ਭਾਵਨਾਤਮਕ ਵਿਚਾਰ ਦੀ ਲਹਿਰ ਹੁੰਦੀ ਆ ਕਿ ਹਾਂ ਇਹ ਬੰਦਾ ਜਿਹੜਾ ਜਾਂ ਇਹ ਸ਼ਖਸੀਅਤ ਹੈ ਜਿਹੜੀ ਇਸ ਅਵਾਰਡ ਦੀ ਹੱਕਦਾਰ ਹੈ। ਪ੍ਰਕਾਸ਼ ਸਿੰਘ ਬਾਦਲ ਨੂੰ ਅਵਾਰਡ ਦੇਣ ਤੋਂ ਬਾਅਦ ਤੇ ਸਰਦਾਰ ਅਵਤਾਰ ਸਿੰਘ ਮੱਕੜ ਨੂੰ ਅਵਾਰਡ ਦੇਣ ਤੋਂ ਬਾਅਦ ਸੰਗਤਾਂ ਦੇ ਮਨਾਂ 'ਚ ਜਿਹੜਾ ਇੱਕ ਸ਼ੰਕਾ ਆ ਜਾਂ ਤੁਸੀਂ ਕਹਿ ਲਓ ਕਿ ਉਸ ਅਵਾਰਡ ਦੀ ਪ੍ਰਾਪਤੀ ਦੇ ਪ੍ਰਤੀ ਜਿਹੜਾ ਇਹਨਾਂ ਨੂੰ ਪ੍ਰਾਪਤ ਹੋਇਆ ਉਹਦੇ ਪ੍ਰਤੀ ਸੰਗਤਾਂ ਦੇ ਮਨ ਵਿੱਚ ਕੋਈ ਐਸਾ ਭਰਮ ਭੁਲੇਖਾ ਨਹੀਂ ਹੈ ਕਿ ਇਹ ਆਪੇ ਹੀ ਕ੍ਰੀਏਟ ਕੀਤੇ ਹੋਏ ਅਵਾਰਡ ਆਪੇ ਹੀ ਲਈ ਜਾਂਦੇ ਆ।
ਤੇ ਬਾਕੀ ਜੇ ਇਹਨਾਂ ਦੀ ਕਾਰਗੁਜ਼ਾਰੀ ਦੇਖਣੀ ਹੋਵੇ, ਜਦੋਂ ਦੇ ਮੱਕੜ ਸਾਹਿਬ ਇਸ ਸੀਟ ਤੇ ਆਏ ਆ ਜਾਂ ਪ੍ਰਧਾਨ ਬਣੇ ਨੇ ਸ਼੍ਰੋਮਣੀ ਕਮੇਟੀ ਦੇ, ਕਿੰਨਾ ਨਿਘਾਰ ਜਿਹੜਾ ਇਹਦੇ ਵਿੱਚ ਆਇਆ। ਆਪਣੀ ਡਿਊਟੀ ਦੇ ਵਿੱਚ ਅਵਤਾਰ ਸਿੰਘ ਮੱਕੜ ਪੂਰੀ ਤਰ੍ਹਾਂ ਇਹ ਫੇਲ ਹੋਏ ਨੇ, ਚਾਹੇ ਉਹ ਕੈਲੰਡਰ ਦਾ ਇਸ਼ੂ ਲੈ ਲਓ, ਚਾਹੇ ਕੋਈ ਪ੍ਰਚਾਰ ਦਾ ਇਸ਼ੂ ਲੈ ਲਓ। ਤੇ ਹੁਣ ਜੋ ਜੇ ਖਬਰਾਂ ਦੇ ਮੁਤਾਬਕ ਜਿਹੜਾ ਦਰਬਾਰ ਸਾਹਿਬ ਦੀ ਜਿਹੜੀ ਚਗਿਰਦਾ ਆ ਉਹਨੂੰ ਸੁੰਦਰ ਬਣਾਉਣ ਦੇ ਨਾਂ ਥੱਲੇ ਜੋ ਇਹਨਾਂ ਨੇ ਉੱਥੇ ਉਹਦੀ ਸੁੰਦਰਤਾ ਨੂੰ ਸੰਗਮਰਮਰ ਲਾ ਕੇ ਜਿਹੜਾ ਸੁੰਦਰ ਬਣਾਉਣ ਦਾ ਯਤਨ ਕੀਤਾ ਹੈ, ਬੜੇ ਇਹਨਾਂ ਦੇ ਕੋਝੇ ਯਤਨ ਹੈ। ਸੋ ਸਮਝ ਨਹੀਂ ਲੱਗਦੀ ਕਿ ਕਿਹੜੀਆਂ ਕਾਰਨਾਂ ਕਰਕੇ ਇਹਨਾਂ ਨੂੰ ਸ਼੍ਰੋਮਣੀ ਸੇਵਕ ਦਾ ਜਾਂ ਇਸ ਤਰ੍ਹਾਂ ਦੇ ਅਵਾਰਡ ਦਿੱਤੇ ਜਾਂਦੇ ਆ। ਅਸੀਂ ਇਸ ਗੱਲ ਦੀ ਨਿੰਦਿਆ ਕਰਦੇ ਹਾਂ ਔਰ ਆਸ ਕਰਦੇ ਹਾਂ ਕਿ ਜਥੇਦਾਰ ਸਾਹਿਬ ਅਜਿਹੀਆਂ ਗੱਲਾਂ ਤੋਂ, ਉਹਨਾਂ ਨੂੰ ਬੇਨਤੀ ਕਰਦੇ ਹਾਂ ਕਿ ਅਜਿਹੀਆਂ ਗੱਲਾਂ ਤੋਂ ਗੁਰੇਜ਼ ਕਰਨ। ਹਾਂ, ਅਵਾਰਡ ਦੇਣਾ ਆ ਤੇ ਜਿਹੜੇ ਪੰਥ ਦੇ ਹੀਰੇ ਨੇ ਉਹਨਾਂ ਨੂੰ, ਉਹਨਾਂ ਦੀ ਸ਼ਹੀਦੀ ਤੋਂ ਉਪਰੰਤ ਜਿੰਦਾ ਸੁੱਖਾ, ਦਲਾਵਰ ਸਿੰਘ ਜਾਂ ਹੋਰ ਜਿਹੜੇ ਕੌਮ ਦੇ ਅਜਿਹੇ ਮਹਾਨ ਸ਼ਹੀਦ ਆ ਜਿਨ੍ਹਾਂ ਨੇ ਕੌਮ ਦੀ ਜਿਹੜੀ ਇੱਜ਼ਤ ਆ ਉਹਨੂੰ ਸੁਰਖਰੂ ਕਰਨ ਵਾਸਤੇ ਆਪਣੀਆਂ ਕੁਰਬਾਨੀਆਂ ਦਿੱਤੀਆਂ, ਉਹਨਾਂ ਨੂੰ ਉਹਨਾਂ ਦੀ ਸ਼ਹੀਦੀ ਤੋਂ ਉਪਰੰਤ ਵੀ ਅਵਾਰਡ ਦਿੱਤੇ ਜਾ ਸਕਦੇ। ਅਜਿਹੇ ਲੋਕਾਂ ਨੂੰ ਅਵਾਰਡ ਦੇਣਾ ਤਾਂ ਮੈਂ ਸਮਝਦਾ ਅਵਾਰਡ ਦੀ ਇੱਕ ਤੋਹੀਨ ਹੋਏਗੀ। ਜੀ ਤੇ ਵੀਰ ਜੀ ਤੁਸੀਂ ਗੱਲ ਕੀਤੀ ਕਿ ਹਿਸਟੋਰੀਕਲ ਗੁਰਦੁਆਰੇ ਜਿਹੜੇ ਹੁੰਦੇ ਆ SGPC ਜਿਹੜੇ ਅੰਡਰ ਹੁੰਦੇ, ਕਿਸ ਤਰ੍ਹਾਂ ਉਹਦੇ ਚੇਂਜਿਸ ਕਰ ਦਿੰਦੇ ਨੇ ਜਾਂ ਸੰਗੇ ਮਰਮਰ ਲਗਾ ਦਿੰਦੇ ਨੇ। ਜਿਸ ਤਰ੍ਹਾਂ ਪਿਛਲੇ ਦਿਨੀ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ SGPC ਨੂੰ ਕਰਤਾਰਪੁਰ ਸਾਹਿਬ ਦੀ ਕਾਰ ਸੇਵਾ ਦਿੱਤੀ ਹੈ, ਜਿਹੜੀ ਕਿ ਹੁਣ ਸਤੰਬਰ 22 ਨੂੰ ਵੀ ਸ਼ੁਰੂ ਹੋ ਜਾਣੀ ਹੈ। ਇਸ ਬਾਰੇ ਤੁਸੀਂ ਕੀ ਵਿਚਾਰ ਰੱਖਦੇ, ਤੁਹਾਨੂੰ ਕੀ ਲੱਗਦਾ ਕਿੱਥੇ ਤੱਕ ਠੀਕ ਹੈ? ਦੇਖੋ, ਤੁਹਾਡੇ ਹੀ ਇਸੇ ਮਾਧਿਅਮ ਦੇ ਰਸਤੇ ਤੁਸੀਂ ਇੱਕ ਦਿਨ ਪਹਿਲਾਂ ਵੀ ਮੈਂ ਤੁਹਾਨੂੰ ਇਹ ਆਪਣੇ ਵਿਚਾਰ ਦੱਸੇ ਸੀ ਕਿ ਜਦੋਂ ਪਿਛਲੇ ਦਿਨਾਂ 'ਚ ਲਗਭਗ ਮਹੀਨਾ ਡੇਢ ਮਹੀਨਾ ਪਹਿਲਾਂ ਖਬਰ ਆਈ ਸੀ ਕਿ SGPC ਵਾਲੇ ਬੜੇ ਤਤਪਰ ਨੇ ਉੱਥੇ ਮਤਲਬ ਕਾਰ ਸੇਵਾ ਲੈਣ 'ਚ, ਉਦੋਂ ਵੀ ਉੱਥੋਂ ਦੇ ਸਰਕਾਰੀ ਅਧਿਕਾਰੀਆਂ ਦੇ ਨਾਲ ਅਸੀਂ ਵਿਚਾਰ ਵਟਾਂਦਰਾ ਕੀਤਾ ਸੀ। ਉਹਨਾਂ ਨੇ ਸਾਨੂੰ ਉਦੋਂ ਵੀ ਯਕੀਨ ਦਵਾਇਆ ਸੀ ਕਿ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੋਏਗੀ, ਪਰ ਜਿਸ ਤਰ੍ਹਾਂ ਖਬਰਾਂ ਆ ਰਹੀਆਂ ਨੇ ਇਹਨਾਂ ਨੇ ਲੱਗਦਾ ਕਿ ਜਿਹੜਾ 22 ਸਤੰਬਰ ਨੂੰ ਹੀ ਇਹਨਾਂ ਨੂੰ ਜਿਹੜੀ ਇਹਨਾਂ ਨੇ ਗੱਲ ਕੀਤੀ ਆ, ਉਦਣ ਨਾਨਕਸ਼ਾਹੀ ਕੈਲੰਡਰ ਦੇ ਮੁਤਾਬਕ ਜਿਹੜਾ ਪਾਤਸ਼ਾਹ ਪਹਿਲੇ ਪਾਤਸ਼ਾਹ ਦਾ ਜੋਤੀ ਜੋਤ ਪੁਰਬ ਆ, ਇਹਨਾਂ ਨੇ ਇੱਕ ਤਰ੍ਹਾਂ ਦੇ ਨਾਲ ਉਹਨਾਂ ਨੂੰ ਅੰਸ਼ਕ ਜਿਹੜੀ ਮਾਨਤਾ ਦੇ ਰਹੇ ਆ ਕੈਲੰਡਰ ਨੂੰ, ਕਿਉਂਕਿ ਉਹਨਾਂ ਦੀ ਇੱਕ ਸ਼ਰਤ ਸੀ ਕਿ ਇੱਕ ਤਾਂ SGPC ਨੂੰ ਮਾਨਤਾ ਦਿੱਤੀ, PSGPC ਨੂੰ ਖੁੱਲ੍ਹੇਆਮ ਮਾਨਤਾ ਦਿੱਤੀ ਜਾਵੇ, ਜਿਹੜੀ ਕਿ ਅੱਜ ਤੱਕ ਇਹਨਾਂ ਨੇ ਦਿੱਤੀ ਨਹੀਂ ਹੈਗੀ। ਦੂਸਰਾ, ਨਾਨਕਸ਼ਾਹੀ ਕੈਲੰਡਰ ਨੂੰ ਇਨ ਬਿਨ ਜਿਹੜਾ ਹੈਗਾ ਉਹ ਮੰਨਿਆ ਜਾਵੇ। ਤੇ ਤੀਸਰੀ ਜਿਹੜੀ ਜੋ ਸਾਨੂੰ ਉੱਥੋਂ ਦੇ ਸਰਕਾਰੀ ਅਧਿਕਾਰੀਆਂ ਨੇ ਜਾਂ ਜਿਹੜੇ ਵੀ ਅਕਾਫ ਦੇ ਅਧਿਕਾਰੀ ਨੇ ਉਹਨਾਂ ਨੇ ਸਾਨੂੰ ਜੋ ਯਕੀਨ ਦਵਾਇਆ ਸੀ ਕਿ ਕਿਸੇ, ਕਿਉਂਕਿ ਸਾਡਾ ਓਬਜੈਕਸ਼ਨ ਵੀ ਇਹ ਸੀ, ਅਸੀਂ ਇਸ ਤਰ੍ਹਾਂ ਦਾ ਸਾਡਾ ਓਬਜੈਕਸ਼ਨ ਨਹੀਂ ਹੈ ਕਿ ਇਹਨਾਂ ਨੂੰ ਸੇਵਾ ਮਿਲਣੀ ਚਾਹੀਦੀ ਜਾਂ ਨਹੀਂ ਮਿਲਣੀ ਚਾਹੀਦੀ। ਸਾਡਾ ਤਾਂ ਇੱਕੋ ਇੱਕ ਧਾਰਨਾ ਸੀ ਕਿ ਪਿਛਲੇ 50-60 ਸਾਲ ਦੇ ਵਿੱਚ SGPC ਨੇ ਕਾਰ ਸੇਵਾ ਦੇ ਨਾਂ ਤੇ ਜਿੰਨੀਆਂ ਸਾਡੀਆਂ ਇਤਿਹਾਸਕ ਇਮਾਰਤਾਂ ਸੀ, ਖਾਸ ਕਰਕੇ ਉਹ ਇਮਾਰਤਾਂ ਜਿਨ੍ਹਾਂ ਨੂੰ ਗੁਰੂ ਪਾਤਸ਼ਾਹ ਦੇ ਹੱਥਾਂ ਦੀ ਸ਼ੋਅ ਪ੍ਰਾਪਤ ਸੀ, ਉਹ ਇਹਨਾਂ ਨੇ ਢਹਿ ਢੇਰੀ ਕੀਤੀਆਂ ਤੇ ਜਾਂ ਉਹਨਾਂ ਨੂੰ ਜਿਹੜੀਆਂ ਨਿਸ਼ਾਨੀਆਂ ਸੀ ਸੰਗਮਰਮਰ ਦੇ ਥੱਲੇ ਲਗਾਈਆਂ। ਸਾਡਾ ਪਹਿਲਾਂ ਵੀ ਓਬਜੈਕਸ਼ਨ ਸੀ, ਹੁਣ ਵੀ ਅਸੀਂ ਇਹ ਜਿਹੜਾ ਓਬਜੈਕਸ਼ਨ ਹੈ ਸਰਕਾਰ ਦੇ ਨਾਲ ਉਠਾਵਾਂਗੇ ਕਿ SGPC ਨੂੰ ਇਸ ਤਰ੍ਹਾਂ ਦੀ ਕੋਈ ਕਾਰ ਸੇਵਾ ਨਾ ਦਿੱਤੀ ਜਾਵੇ ਜਿੰਨੀ ਦੇਰ ਤੱਕ ਉਹ ਯਕੀਨ ਨਹੀਂ ਦਿਵਾਉਂਦੇ ਜਾਂ ਇਸ ਗੱਲ ਨੂੰ ਯਕੀਨੀ ਬਣਾਇਆ ਜਾਵੇ ਕਿ ਅਗਰ ਕੋਈ ਇਹ ਕਾਰ ਸੇਵਾ ਕਰਦੇ ਨੇ ਤੇ ਉਹਦਾ ਕ੍ਰਾਈਟੀਰੀਆ ਕੀ ਹੋਵੇਗਾ ਤੇ ਜਾਂ ਉਹਨੂੰ ਕੌਣ ਕਰੇਗਾ, ਮਿਸਤਰੀ ਕਿਹਦੇ ਹੋਣਗੇ ਜਾਂ ਕਿਸ ਤਰ੍ਹਾਂ ਦਾ ਇਹਨਾਂ ਦਾ ਰੱਖ ਰਖਾਵ ਦਾ ਜਿਹੜਾ ਹੈਗਾ ਉਹ ਸਾਧਨ ਹੋਵੇਗਾ। ਉਹ ਆਉਣ ਵਾਲੇ ਦਿਨਾਂ 'ਚ ਫਿਰ ਅਸੀਂ ਉਹਨਾਂ ਨਾਲ ਇੱਕ ਵਾਰੀ ਗੱਲਬਾਤ ਕਰਾਂਗੇ, ਉਸ ਤੋਂ ਬਾਅਦ ਹੀ ਕਲੀਅਰ ਹੋਏਗਾ। ਜੀ ਬਿਲਕੁਲ। ਤੇ ਵੀਰ ਅਸੀਂ ਗੱਲ ਕੀਤੀ ਕਿ ਇਹਨਾਂ ਸਾਹਮਣੇ 2-3 ਪੁਆਇੰਟ ਰੱਖੇ ਸੀਗੇ, ਉਹਨਾਂ ਇੱਕ ਪੁਆਇੰਟ 'ਚ ਸੀਗਾ ਕਿਸ ਤਰ੍ਹਾਂ ਇਹਨਾਂ ਨੂੰ SGPC ਨੂੰ ਨਾਨਕਸ਼ਾਹੀ ਕੈਲੰਡਰ ਦੀ ਇਹਨਾਂ ਨੂੰ ਮੰਨਣਾ ਪਵੇਗਾ, ਮਨਾਇਆ ਜਾਵੇਗਾ ਇਹਨਾਂ ਨੂੰ। ਪਰ ਜਿਸ ਤਰ੍ਹਾਂ ਜਥੇਦਾਰ ਅਕਾਲ ਤਖ਼ਤ ਸਾਹਿਬ 2-3 ਦਿਨ ਪਹਿਲਾਂ ਉਹਨਾਂ ਦਾ ਬਿਆਨ ਆਇਆ ਹੈ ਸਾਹਮਣੇ ਲੋਕਾਂ ਦੇ ਕਿ ਉਹਨਾਂ ਨੇ ਸਾਫ਼ ਕਹਿ ਦਿੱਤਾ ਕਿ ਜਿਹੜਾ ਨਾਨਕਸ਼ਾਹੀ ਕੈਲੰਡਰ 2003 ਹੈ ਉਸ ਨੂੰ ਅਸੀਂ ਮਾਨਤਾ ਨਹੀਂ ਦੇਵਾਂਗੇ। ਐਂਡ ਆਲਸੋ ਉਹਨਾਂ ਨੇ ਕਿਹਾ ਸੀ ਕਿ ਸਾਡੀ ਵੱਖਰੀ ਪਹਿਚਾਣ ਦਾ ਪ੍ਰਤੀਕ ਨਹੀਂ ਹੈ। ਪਰ ਜਿਸ ਤਰ੍ਹਾਂ ਪਿਛਲੇ ਸਾਲ ਉਹਨਾਂ ਨੇ ਨਾਨਕਸ਼ਾਹੀ ਕੈਲੰਡਰ ਦੇ ਵਿਕਰਮੀ ਕੈਲੰਡਰ ਦੇ ਉੱਪਰ ਨਾਨਕਸ਼ਾਹੀ ਕੈਲੰਡਰ ਦਾ ਲੇਬਲ ਲਗਾ ਕੇ ਲੋਕਾਂ ਦੇ ਵਿੱਚ ਸਪਰੈਡ ਕੀਤਾ ਸੀ, ਇਹ ਹੁਣ ਮੈਨੂੰ ਸਮਝ ਨਹੀਂ ਲੱਗਦੀ ਕਿ ਇਹ ਨਾਨਕਸ਼ਾਹੀ ਕੈਲੰਡਰ ਤੋਂ ਇੰਨਾ ਕਿਉਂ ਡਰਦੇ ਨੇ, ਇਹ ਕਿਉਂ ਉਸ ਤੇ ਪਹਿਰਾ ਨਹੀਂ ਦੇ ਰਹੇ? ਤੁਹਾਡੇ ਖਿਆਲ ਦੇ ਨਾਲ ਇਸ ਵਿੱਚ ਕੀ ਹੋ ਸਕਦਾ ਹੈ?
ਦੇਖੋ ਬੀਬਾ ਜੀ, ਜਦੋਂ ਬੰਦੇ ਦੀ ਸੋਚ ਬਦਲ ਜਾਂਦੀ ਹੈ ਨਾ ਜੀ, ਤੇ ਜਾਂ ਕਿਸੇ ਦੀ ਸੋਚ ਤੁਸੀਂ ਉਧਾਰੀ ਲੈ ਲੈਂਦੇ ਹੋ ਤੇ ਜਾਂ ਤੁਹਾਡੀ ਸੋਚ ਦੇ ਉੱਪਰ ਕੋਈ ਹੋਰ ਭਾਰੂ ਹੋ ਜਾਂਦਾ। ਮੈਂ ਸਪਸ਼ਟ ਸ਼ਬਦਾਂ ਵਿੱਚ ਕਹਾਂ ਕਿ ਅੱਜ ਸਾਡੀ ਜਿਹੜੀ ਰਾਜਸੀ ਅਤੇ ਧਾਰਮਿਕ ਲੀਡਰਸ਼ਿਪ ਆ ਜੀ, ਉਸ ਦਾ ਪੂਰੀ ਤਰ੍ਹਾਂ ਭਗਵਾਂਕਰਨ ਹੋ ਚੁੱਕਿਆ। ਉਹ RSS ਦੇ ਜਿਹੜੇ ਵਿਚਾਰਧਾਰਾ ਨੂੰ ਖੁਸ਼ ਕਰਨ ਵਾਸਤੇ ਅਜਿਹੇ ਕਾਰਜ ਕਰ ਰਹੇ ਨੇ। ਕਿਉਂਕਿ ਜੇ ਸੰਗਤਾਂ ਨੂੰ ਯਾਦ ਹੋਵੇ, ਜਦੋਂ ਤੋਂ ਕੈਲੰਡਰ 2003 ਵਿੱਚ ਹੋਂਦ ਵਿੱਚ ਆਇਆ ਸੀ, ਨਾਨਕ ਸ਼ਾਹੀ ਕੈਲੰਡਰ, RSS ਜਿਹੜੇ ਆਪਣੇ ਉਹਨਾਂ ਦੇ ਕੰਮ ਕਰਨ ਵਾਲੇ ਜਿਹੜੇ ਜਿਨ੍ਹਾਂ ਨੇ ਪੰਥ ਵਿੱਚ ਵੀ ਪਨਾਹ ਲਈ ਹੋਈ ਆ ਗਲਤ ਤਰੀਕੇ ਦੇ ਨਾਲ ਜਾਂ ਵਿੱਚ ਘੁਸੇ ਹੋਏ ਨੇ, ਉਹਨਾਂ ਦੇ ਥਰੂ ਲਗਾਤਾਰ ਉਹਨਾਂ ਦੀ ਇੱਕ ਕੋਸ਼ਿਸ਼ ਰਹੀ ਹੈ ਕਿ ਇਸ ਕੈਲੰਡਰ ਨੂੰ ਤਹਿਸ-ਨਹਿਸ ਕੀਤਾ ਜਾਵੇ। ਪਰ ਇਹ ਸਮੇਂ ਦੀ ਗੱਲ ਹੈ, ਕਿਸ ਤਰ੍ਹਾਂ ਇਹਨੂੰ ਨਿਪਟੇ ਚਾੜਿਆ ਜਾਊਗਾ। ਤੇ ਸਾਡਾ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਤੇ ਦੇਸ਼ ਵਿਦੇਸ਼ ਦੀਆਂ ਹੋਰ ਸੰਗਤਾਂ ਦਾ ਇਹ ਪੁਰਜ਼ੋਰ ਔਰ ਪੁਰ ਯਕੀਨ ਆ ਕਿ ਅਸੀਂ ਇਸ ਕੈਲੰਡਰ ਦੇ ਉੱਪਰ ਬੜੀ ਸਖਤੀ ਦੇ ਨਾਲ ਪਹਿਰਾ ਦੇਵਾਂਗੇ ਅਤੇ ਅਸੀਂ ਨਾਲ ਦੀ ਨਾਲ ਪਾਕਿਸਤਾਨ ਦੀ ਸਰਕਾਰ ਦਾ, ਅਕਾਫ ਬੋਰਡ ਦਾ ਤੇ PSGPC ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ, ਜਿਨ੍ਹਾਂ ਨੇ ਹੁਣ ਤੱਕ ਉਸ ਕੈਲੰਡਰ ਦੇ ਉੱਪਰ ਪਹਿਰਾ ਦੇ ਕੇ ਸਾਰੀ ਗੱਲਬਾਤ ਨੂੰ ਅੱਗੇ ਤੋਰਿਆ। ਤੇ ਠੀਕ ਹੈ, ਅੱਜ ਇਹਨਾਂ ਦੇ ਕੋਲ ਇਹਨਾਂ ਦਾ ਜਿੱਥੇ ਪੂਰੀ ਤਰ੍ਹਾਂ ਭਗਵਾਂਕਰਨ ਹੋ ਚੁੱਕਿਆ ਔਰ ਆਪਣੀ ਵਿਚਾਰਧਾਰਾ ਨੂੰ, ਇਹੋ ਜਿਹੜੀ RSS ਦੀ ਵਿਚਾਰਧਾਰਾ ਆ ਉਸ ਨੂੰ ਹੀ ਖਾਲਸਾ ਪੰਥ ਦੇ ਉੱਤੇ ਲਾਗੂ ਕਰਨਾ ਚਾਹੁੰਦੇ ਨੇ। ਅਜਿਹੇ ਕੁਝ ਯਤਨ ਬਹੁਤ ਵਾਰੀ ਹੋਏ ਨੇ। 1892-93 ਵਿੱਚ ਵੀ ਇੱਕ ਵਾਰੀ ਇਹੋ ਜਿਹੀਆਂ ਜਿਹੜੀਆਂ ਸੰਸਥਾਵਾਂ, ਆਰੀਆ ਸਮਾਜ ਲਾ ਲਓ ਜਾਂ ਹੋਰ ਕੋਈ ਅਜਿਹੀਆਂ ਜਿਹੜੀਆਂ ਸੰਸਥਾਵਾਂ ਸੀ, ਉਹਨਾਂ ਨੇ ਵੀ ਖਾਲਸਾ ਪੰਥ ਤੇ ਭਾਰੂ ਹੋਣ ਦਾ ਯਤਨ ਕੀਤਾ ਸੀ। ਪਰ ਸਾਡਾ ਵਿਸ਼ਵਾਸ ਹੈ ਸਤਿਗੁਰ ਦੇ ਦਰਬਾਰ 'ਚ, ਉਹਨਾਂ ਤੇ ਅਸੀਂ ਵਿਸ਼ਵਾਸ ਨਹੀਂ ਕਹਿ ਸਕਦੇ ਹਾਂ ਕਿ ਖਾਲਸਾ ਪੰਥ ਤੇ ਅਜਿਹੇ ਪਹਿਲਾਂ ਵੀ ਬੜੀ ਵਾਰ ਘਿਨਾਉਣੇ ਹਮਲੇ ਹੋਏ ਨੇ ਤੇ ਪੰਥ ਨੂੰ ਚਾਹੀਦਾ ਕਿ ਜਾਗਰੂਕ ਹੋ ਕੇ ਗੁਰੂ ਪਾਤਸ਼ਾਹ ਦੇ ਦੱਸੇ ਹੋਏ ਰਸਤੇ ਨੂੰ ਪਛਾਣ ਕੇ ਉਸ ਤੇ ਚੱਲਿਆ ਜਾਵੇ। ਅਜਿਹੀਆਂ ਗੱਲਾਂ ਉੱਠਦੀਆਂ ਰਹੀਆਂ, ਅੱਜ ਵੀ ਉੱਠ ਰਹੀਆਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਉੱਠਣਗੀਆਂ। ਪਰ ਅਗਰ ਖਾਲਸਾ ਪੰਥ ਸਤਿਗੁਰ ਦੇ ਦੱਸੇ ਹੋਏ ਆਦੇਸ਼ ਦੇ ਮੁਤਾਬਕ ਚੱਲੇਗਾ, ਬੜਾ ਕਲੀਅਰ ਉਹਨਾਂ ਨੇ ਗੁਰਬਾਣੀ ਦੇ ਵਿੱਚ ਔਰ ਉਸ ਤੋਂ ਬਾਅਦ ਜਿਹੜੀ ਖਾਲਸਾ ਪੰਥ ਨੇ ਸਮੇਂ-ਸਮੇਂ ਤੇ ਜਿਹੜੀਆਂ ਮੱਲਾਂ ਮਾਰੀਆਂ ਤੇ ਜਾਂ ਜਿਹੜੇ ਡਾਕੂਮੈਂਟ ਕੋਈ ਪ੍ਰੋਡਿਊਸ ਕੀਤੇ ਆ, ਉਹਨਾਂ ਦੇ ਵਿੱਚ ਬੜਾ ਕਲੀਅਰ ਕੱਟ ਇਹਦਾ ਆਦੇਸ਼ ਲਿਖਿਆ ਹੋਇਆ। ਅਗਰ ਅਸੀਂ ਗੁਰੂ ਬਾਬੇ ਦੇ ਆਦੇਸ਼ ਦੇ ਮੁਤਾਬਕ ਚੱਲਦੇ ਰਹੀਏ ਤੇ ਅਜਿਹੀਆਂ ਗੱਲਾਂ ਦਾ ਠੀਕ ਹੈ ਵਕਤੀ ਤੌਰ ਤੇ ਅਸਰ ਜ਼ਰੂਰ ਹੁੰਦਾ, ਪਰ ਅਸੀਂ ਇਹਦਾ ਮੁਕਾਬਲਾ ਕਰਨ ਵਿੱਚ ਸਫਲ ਹੋਵਾਂਗੇ। ਜੀ ਬਿਲਕੁਲ ਵੀਰ ਜੀ, ਥੈਂਕ ਯੂ ਸੋ ਮਚ ਕਿ ਤੁਸੀਂ ਇਹਨਾਂ ਕੁਝ ਵਿਸਰ ਮੁੱਦਿਆਂ ਦੇ ਉੱਪਰ, ਚਾਹੇ SGPC ਦਾ ਮੁੱਦਾ ਹੋਵੇ ਜਾਂ ਫਿਰ ਜਥਾ ਅਕਾਲ ਤਖਤ ਸਾਹਿਬ ਦੇ ਬਿਆਨ ਹੋਣ, ਤੁਸੀਂ ਪੂਰੇ ਵੇਰਵੇ ਦੇ ਨਾਲ ਸਾਨੂੰ ਜਾਣਕਾਰੀ ਦਿੱਤੀ ਤੇ ਆਪਣੇ ਵਿਚਾਰ ਵੀ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ। ਹੁਣ ਤੁਹਾਡੇ ਕੋਲ ਅਸੀਂ ਇਜਾਜ਼ਤ ਲੈਂਦੇ ਹਾਂ। ਥੈਂਕ ਯੂ ਸੋ ਮਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।